ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਚੋਣ ਨਤੀਜਿਆਂ ਦੇ ਨਾਲ ਜੁੜੀ ਤਾਜ਼ਾ ਤੇ ਵੱਡੀਆਂ ਖਬਰਾਂ। ਗੱਲਬਾਤ ਕਰਾਂਗੇ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸਿਆਸੀ ਹਲਚਲਾਂ ਜਿਹੜੀਆਂ ਪੂਰੇ ਤਰੀਕੇ ਦੇ ਨਾਲ ਤੇਜ਼ ਹੋ ਚੁੱਕੀਆਂ ਨੇ। ਤਾਂ ਉਧਰ ਆਮ ਆਦਮੀ ਪਾਰਟੀ ਨੇ ਨਤੀਜਿਆਂ ਤੋਂ ਪਹਿਲਾਂ ਤੇ ਵੋਟਾਂ ਤੋਂ ਬਾਅਦ ਇੱਕ ਵੱਡਾ ਸਰਵੇਖਣ ਕਰਾਇਆ, ਇੱਕ ਵੱਡਾ ਸਰਵੇ ਕਰਾਇਆ। ਉਸ ਦੇ ਵਿੱਚ ਕਿਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ, ਉਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਸੱਟਾ ਬਾਜ਼ਾਰ ਕਿਸ ਨੂੰ ਅੱਗੇ ਕਰਦਾ ਨਜ਼ਰ ਆ ਰਿਹਾ ਹੈ, ਕਿਹੜੀ ਪਾਰਟੀ ਦੀ ਸਰਕਾਰ ਬਣਾਉਂਦਾ ਨਜ਼ਰ ਆ ਰਿਹਾ ਹੈ, ਗੱਲਬਾਤ ਉਸ ਤੇ ਵੀ ਕਰਾਂਗੇ। ਤੇ ਗਠਜੋੜ ਨੂੰ ਲੈ ਕੇ ਕਈ ਪਾਰਟੀਆਂ ਦੀਆਂ ਆਪਸ ਦੇ ਵਿੱਚ ਸੰਭਾਵਨਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ, ਉਸ ਤੇ ਗੱਲਬਾਤ ਕਰਾਂਗੇ ਕਿ ਕਿਹੜੀ ਕਿਹੜੀ ਪਾਰਟੀ ਆਪਸ ਦੇ ਵਿੱਚ ਗਠਜੋੜ ਕਰ ਸਕਦੀ ਹੈ। ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੀ ਆਪਸ ਦੇ ਵਿੱਚ ਗਠਜੋੜ ਜਿਹੜੀ ਆ ਉਹ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਜੁੜੀਆਂ ਹੋਈਆਂ ਨੇ ਕਿ ਕੁਝ ਪਾਰਟੀਆਂ ਨੇ ਆਪਣੇ ਉਮੀਦਵਾਰ ਹੁਣੇ ਤੋਂ ਹੀ ਗਾਇਬ ਕਰਨੇ ਸ਼ੁਰੂ ਕਰ ਦਿੱਤੇ ਨੇ, ਜਾਂ ਕਹਿ ਲਓ ਕਿ ਆਪਣੇ ਕਿਸੇ ਗੁਪਤ ਥਾਵਾਂ ਦੇ ਉੱਪਰ ਰੱਖਣੇ ਸ਼ੁਰੂ ਕਰ ਦਿੱਤੇ ਨੇ। ਹੁਣੇ ਤੋਂ ਹੋਟਲਾਂ ਦੀ ਬੁਕਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਇਹੋ ਜਿਹੇ ਬਹੁਤ ਸਾਰੀਆਂ ਦਿਲਚਸਪ ਗੱਲਾਂ ਜਿਹੜੀਆਂ ਇਸ ਵਕਤ ਵਾਪਰ ਰਹੀਆਂ ਨੇ ਪੰਜਾਬ ਦੀ ਸਿਆਸੀ ਹਾਲਾਤਾਂ ਨੂੰ ਲੈ ਕੇ, ਉਹ ਜਿਹੜੀਆਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਅੱਗੇ ਰੱਖਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਰੋਜ਼ਾਨਾ ਦੀ ਤਰ੍ਹਾਂ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ। बहुत बहुत शुक्रिया, मेहरबानी, धन्यवाद सुखविंदर जी। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਜਿਹੜੀ ਹੈ ਜਿਹੜਾ ਸੱਟਾ ਬਾਜ਼ਾਰ ਕੀ ਕਹਿੰਦਾ ਹੈ ਤੇ ਆਮ ਆਦਮੀ ਪਾਰਟੀ ਦੇ ਸਰਵੇਖਣ 'ਚ ਕੀ ਆਇਆ ਹੈ, ਕਿਹੜੀ ਪਾਰਟੀ ਜਿਹੜੀ ਅੱਗੇ ਚੱਲ ਰਹੀ ਹੈ, ਉਸ ਨੂੰ ਲੈ ਕੇ ਆਪਾਂ ਗੱਲਬਾਤ ਕਰੀਏ। ਡਾਕਟਰ ਸਾਹਿਬ ਕੀ ਲੱਗ ਰਿਹਾ ਸੱਟਾ ਬਾਜ਼ਾਰ ਕਿਸ ਤਰੀਕੇ ਦੇ ਨਾਲ ਕਿਹੜੀ ਪਾਰਟੀ ਨੂੰ ਬਹੁਮਤ ਦੇ ਰਿਹਾ, ਜਾਂ ਉਹ ਵੀ ਲੋਕਾਂ ਦੇ ਵਾਂਗ ਜਿਹੜੀ ਆਮ ਚਰਚਾ ਛਿੜੀ ਹੋਈ ਹੈ ਕਿ ਭਾਈ ਖਿਚੜੀ ਬਣੇਗੀ, ਉਸ ਹਿਸਾਬ ਦੇ ਨਾਲ ਹੀ ਚੱਲ ਰਿਹਾ। ਤਾਂ ਉਧਰ ਜਿਹੜਾ ਆਮ ਆਦਮੀ ਪਾਰਟੀ ਨੇ ਸਰਵੇਖਣ ਕਰਾਇਆ, ਸਰਵੇ ਕਰਾਇਆ, ਉਹਦੇ ਵਿੱਚ ਕੀ ਆ ਰਿਹਾ? ਸੁਖਵਿੰਦਰ ਜੀ ਦੇਖੋ, ਕੋਈ ਵੀ ਪਾਰਟੀ ਜਦੋਂ ਖਾਸ ਤੌਰ ਤੇ ਉਹ ਪਾਰਟੀ ਜਿਹਨੂੰ ਲੱਗਦਾ ਹੈ ਕਿ ਅਸੀਂ ਸੱਤਾ ਦੇ ਵਿੱਚ ਆ ਸਕਦੇ ਹਾਂ, ਉਹ ਕੋਸ਼ਿਸ਼ ਕਰਦੀ ਹੈ ਕਿ ਇਦਾਂ ਦੇ ਸਰਵੇ ਕਰਾਉਂਦੀ ਹੈ ਜਿਵੇਂ ਤੁਸੀਂ ਕਿਹਾ। ਔਰ ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਸਰਵੇ ਕਰਾਏ ਸੀ ਚੋਣਾਂ ਤੋਂ, ਕਈ ਸਰਵੇ ਹੁੰਦੇ ਰਹੇ ਲਗਾਤਾਰ, ਔਰ ਕਈਆਂ ਦੇ ਵਿੱਚ ਕਦੇ 70 ਸੀਟਾਂ ਕਦੇ 80 ਸੀਟਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਸੇ ਤਰ੍ਹਾਂ ਤੁਸੀਂ ਜਿਹੜਾ ਹੁਣ ਅੱਜ ਦੇ ਜਿਹੜਾ ਸਰਵੇ ਹੈ, ਲੇਟੈਸਟ ਸਰਵੇ ਦੀ ਆਪਾਂ ਗੱਲ ਕਰਦੇ ਹਾਂ, ਉਹਦੀ ਜਦੋਂ ਅਸੀਂ ਉਹਦੇ ਤੇ ਧਿਆਨ ਮਾਰਦੇ ਹਾਂ ਤਾਂ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। 70+ ਸੀਟਾਂ ਇਹਨਾਂ ਸਰਵੇ ਦੇ ਵਿੱਚ, ਇਸ ਜਿਹੜਾ ਲੇਟੈਸਟ ਸਰਵੇ ਹੈ ਇਸ ਦੇ ਵਿੱਚ ਆ ਰਹੀਆਂ ਦਿਖਾਈਆਂ ਗਈਆਂ ਨੇ। ਸੋ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਜੇਕਰ ਇਹ ਸਰਵੇ ਠੀਕ ਹੁੰਦੇ ਨੇ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਏਗਾ ਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਏਗੀ ਔਰ ਆਪਣੀ ਸਰਕਾਰ ਕਾਇਮ ਕਰੇਗੀ, ਔਰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹੋ ਸਕਦੇ ਨੇ। ਸੋ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਜਦੋਂ ਅਸੀਂ ਸੱਟਾ ਬਾਜ਼ਾਰ ਦੇ ਵਿੱਚ ਵੀ ਵੇਖਦੇ ਹਾਂ ਤਾਂ ਸੱਟਾ ਬਾਜ਼ਾਰ ਦੇ ਵਿੱਚ ਵੀ ਇਹੀ ਗੱਲਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਸੱਟੇ ਲੱਗ ਰਹੇ ਨੇ ਔਰ ਸ਼ਰਤਾਂ ਲੱਗ ਰਹੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਨਾਭੇ ਦੇ ਵਿੱਚ ਸ਼ਰਤ ਜਿਹੜੀ ਸੀਗੀ ਉਹ ਲਗਾਈ ਗਈ ਸੀਗੀ ਔਰ ਉਹ ਵਾਇਰਲ ਵੀ ਹੋਈ ਸੀਗੀ। ਸੋ ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸੱਟਾ ਬਾਜ਼ਾਰ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਵੱਧ ਸੀਟਾਂ ਦਿਖਾਈਆਂ ਗਈਆਂ ਨੇ, ਯਾਨੀ ਕਿ ਉਹਨਾਂ ਦੀ ਸਰਕਾਰ ਬਣਦੀ ਦਿਖਾਈ ਗਈ ਹੈ। ਸੋ ਸੱਟਾ ਬਾਜ਼ਾਰ ਤੋਂ ਵੀ ਕਾਫੀ ਕਨਸੂਆਂ ਮਿਲ ਸਕਦੀਆਂ ਨੇ, ਕਾਫੀ ਜਿਹੜੀਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਕੁਝ ਜਿਹੜੇ ਨੁਕਤੇ ਨੇ ਉਹ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਸ ਕਰਕੇ ਚਾਹੇ ਸਰਵੇ ਹੋਵੇ ਚਾਹੇ ਸੱਟਾ ਬਾਜ਼ਾਰ ਹੋਵੇ, ਇਹਨਾਂ ਤੋਂ ਕਨਸੋ ਇਸ ਵੇਲੇ ਇਹੀ ਨਜ਼ਰ ਆ ਰਹੀ ਹੈ ਕਿ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਜਿਹੜਾ ਹੈਗਾ ਇੱਕ ਨਵਾਂ ਜਿਹੜਾ ਹੈਗਾ ਪਾਰਟੀਆਂ ਛੱਡ ਕੇ ਜਿਹੜੀ ਨਵੀਂ ਪਾਰਟੀ ਹੈ ਉਹ ਸੱਤਾ ਦੇ ਵਿੱਚ ਆ ਰਹੀ ਹੈ। ਬਿਲਕੁਲ, ਜਾਂ ਕਹਿ ਲਈਏ ਕਿ ਪਹਿਲੀ ਵਾਰੀ ਹੋਏਗਾ ਕਿ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ। ਯੈਸ, ਹਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਜੋੜ ਤੋੜ ਦੀ ਸਿਆਸਤ ਇਸ ਵਕਤ ਪੰਜਾਬ ਦੇ ਅੰਦਰ ਚੱਲ ਰਹੀ ਹੈ, ਇਸ ਜੋੜ ਤੋੜ ਦੀ ਸਿਆਸਤ ਨੂੰ ਦੇਖਦੇ ਆ ਵੱਖ-ਵੱਖ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਬੀਜੇਪੀ ਤੋਂ ਬਹੁਤ ਜ਼ਿਆਦਾ ਡਰੀਆਂ ਹੋਈਆਂ ਨੇ। ਤਾਂ ਉਧਰ ਬੀਜੇਪੀ ਨੇ ਚੋਣ ਨਤੀਜਿਆਂ ਤੋਂ ਪਹਿਲਾਂ 3 ਮਾਰਚ ਨੂੰ ਯਾਨੀ ਕਿ ਕੱਲ ਨੂੰ ਜਿਹੜੀ ਆ ਮੀਟਿੰਗ ਵੀ ਇੱਕ ਆਪਣੀ ਉਹਨਾਂ ਨੇ ਸੱਦ ਲਈ ਹੈ। ਦੋਸਤੋ ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆ ਸਕਦਾ ਹੈ ਕਿ ਜਿਹੜਾ ਡਰ ਹੈ ਵੱਖ-ਵੱਖ ਪਾਰਟੀਆਂ ਨੂੰ ਭਾਜਪਾ ਤੋਂ ਕਿ ਇਹ ਸਿਆਸੀ ਜੋੜ ਤੋੜ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਹੈ ਤੇ ਕਿਸੇ ਵੀ ਤਰੀਕੇ ਦੇ ਕਿਸੇ ਵੀ ਹੱਦ ਤੱਕ ਇਹ ਜਿਹੜੀ ਪਾਰਟੀ ਸੱਤਾ ਤੱਕ ਪਹੁੰਚਣ ਦੇ ਲਈ ਜਾ ਸਕਦੀ ਹੈ, ਕਿ ਉਹ ਡਰ ਵਾਕਈ ਹੀ ਲੋਕਾਂ ਦਾ ਜਿਹੜਾ ਸਹੀ ਹੈ, ਜਾਇਜ਼ ਹੈ। ਤੇ ਜੇ ਡਾਕਟਰ ਸਾਹਿਬ ਕਿਸੇ ਪਾਰਟੀ ਨੂੰ ਬਹੁਮਤ ਮਿਲ ਜਾਂਦਾ ਹੈ ਤਾਂ ਫਿਰ ਤਾਂ ਇਸ ਜੋੜ ਤੋੜ ਦੀ ਸਿਆਸਤ ਦੀ ਕੋਈ ਥਾਂ ਹੀ ਨਹੀਂ ਰਹਿਣੀ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ। ਜੇ ਜੋੜ ਤੋੜ ਦੀ ਸਿਆਸਤ ਵੀ ਤਾਂ ਉਦੋਂ ਹੀ ਚੱਲੂਗੀ ਨਾ ਜਦੋਂ ਬਹੁਮਤ ਕਿਸੇ ਨੂੰ ਨਹੀਂ ਮਿਲੂ।
ਜੇ ਵਾਕਈ ਬਹੁਮਤ ਕਿਸੇ ਨੂੰ ਮਿਲ ਗਿਆ ਫਿਰ ਤਾਂ ਜੋੜ ਤੋੜ ਦੀ ਸਿਆਸਤ ਦੀ ਥਾਂ ਰਹਿ ਨਹੀਂ ਜਾਣੀ, ਫਿਰ ਤਾਂ ਡਰ ਹੋਣਾ ਨਹੀਂ ਚਾਹੀਦਾ। ਜੀ ਸੁਖਵਿੰਦਰ ਜੀ, ਦੇਖੋ ਜਿੱਥੋਂ ਤੱਕ ਬੀਜੇਪੀ ਦਾ ਸੰਬੰਧ ਹੈ, ਬੀਜੇਪੀ ਦਾ ਇਤਿਹਾਸ ਜਦੋਂ ਅਸੀਂ ਦੇਖਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਬੀਜੇਪੀ ਨੇ ਕਿਸੇ ਵੇਲੇ 2 ਸੀਟਾਂ ਤੋਂ ਆਪਣੀ ਸ਼ੁਰੂਆਤ ਕੀਤੀ ਸੀਗੀ ਲੋਕ ਸਭਾ ਦੇ ਵਿੱਚ। ਹੌਲੀ ਹੌਲੀ ਜੋੜ ਤੋੜ ਕਰਦਿਆਂ ਯਾਨੀ ਕਿ ਇੱਕ ਪਾਸੇ ਉਹਨਾਂ ਦੀ ਇਹ ਨਹੀਂ ਕਹਿ ਸਕਦੇ ਕਿ ਮਿਹਨਤ ਵੀ ਹੈ, ਆਪਾਂ ਕਹਿ ਸਕਦੇ ਹਾਂ ਕਿ ਜੇਕਰ ਸਭ ਤੋਂ ਅਨੁਸ਼ਾਸਨਬੱਧ ਕੋਈ ਪਾਰਟੀ ਹੈ ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਉਹ ਬੀਜੇਪੀ ਪਾਰਟੀ ਹੈ। ਔਰ ਇਹ ਜਿਹੜੀ ਸਭ ਤੋਂ ਇਹ ਕਿਹਾ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਅਨੁਸ਼ਾਸਨਬੱਧ ਪਾਰਟੀ ਬੀਜੇਪੀ ਪਾਰਟੀ ਮੰਨੀ ਜਾਂਦੀ ਹੈ, ਕਿਉਂਕਿ ਭਾਰਤ ਇੱਕ ਐਸਾ ਮੁਲਕ ਹੈ ਜਿੱਥੇ ਆਬਾਦੀ ਜਿਹੜੀ ਹੈਗੀ ਹੈ ਸਭ ਤੋਂ, ਆਪਾਂ ਕਹਿ ਸਕਦੇ ਹਾਂ ਕਿ ਦੁਨੀਆ ਦੇ ਜਿਹੜੇ ਵੱਡੇ ਮੁਲਕ ਨੇ, ਚੀਨ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਆਬਾਦੀ ਹੈ ਤਾਂ ਭਾਰਤ ਦੇ ਵਿੱਚ ਹੈ। ਸੋ ਇਸ ਕਰਕੇ ਜਿੱਥੋਂ ਤੱਕ ਉਹਨਾਂ ਦੇ ਅੱਗੇ ਕਾਰਕੁਨਾਂ ਦਾ ਸੰਬੰਧ ਹੈ, ਉਹ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਹਰ ਸਟੇਟ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ, ਹਰ ਪਿੰਡ ਦੇ ਵਿੱਚ ਫੈਲੇ ਹੋਏ ਨੇ। ਉਹਨਾਂ ਦੀਆਂ ਸੰਸਥਾਵਾਂ ਨੇ, ਉਹਨਾਂ ਦੇ ਸੰਘ ਨੇ, ਉਹਨਾਂ ਦੇ ਲਗਭਗ 60 ਤੋਂ ਉੱਪਰ ਸੰਘ ਕਹੇ ਜਾ ਸਕਦੇ ਨੇ, ਜਿਹਦੇ ਵਿੱਚ ਕਿਸਾਨਾਂ ਦਾ ਵੱਖਰਾ ਸੰਘ ਹੈ, ਔਰਤਾਂ ਦਾ ਵੱਖਰਾ ਸੰਘ ਹੈ, ਇਸੇ ਤਰ੍ਹਾਂ ਵਪਾਰੀਆਂ ਦਾ ਵੱਖਰਾ ਸੰਘ ਹੈ, ਵਿਦਿਆਰਥੀਆਂ ਦਾ ਵੱਖਰਾ ਸੰਘ ਹੈ। ਸੋ ਕੁੱਲ ਮਿਲਾ ਕੇ ਲਗਭਗ 60 ਸੰਘ ਨੇ ਜਿਹੜੇ ਨੇ, ਔਰ RSS ਦੀ ਆਈਡੀਓਲੋਜੀ ਜਿਹੜੀ ਹੈਗੀ ਹੈ ਉਹਦੇ ਪਿੱਛੇ ਕਾਰਜਸ਼ੀਲ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਆਪਾਂ ਪਿਛਲੇ ਇਤਿਹਾਸ ਬੀਜੇਪੀ ਦਾ ਦੇਖਦੇ ਹਾਂ ਤਾਂ ਉਸਨੇ ਆਪਣੀ ਫਿਲਾਸਫੀ ਦੇ ਨਾਲ, ਆਪਣੀ ਵਿਚਾਰਧਾਰਾ ਨਾਲ, ਯਾਨੀ ਕਿ RSS ਦੀ ਸੋਚ ਦੇ ਨਾਲ, ਜਾਂ ਆਪਣੀਆਂ ਜਿਹੜੀਆਂ ਰਾਜਨੀਤਿਕ ਜਿਹੜੀਆਂ ਸੰਘਰਸ਼ ਉਹਨਾਂ ਨੇ ਕੀਤੇ ਨੇ, ਚਾਹੇ ਉਹ ਸੰਘਰਸ਼ ਆਪਾਂ ਦੇਖਿਆ ਹੈ ਕਿ ਬਾਬਰੀ ਮਸਜਿਦ ਨੂੰ ਲੈ ਕੇ ਕੀਤਾ ਹੋਵੇ, ਔਰ ਉਸ ਤੋਂ ਬਾਅਦ ਵੀ ਬਹੁਤ ਤੁਸੀਂ ਦੇਖੋਗੇ ਕਿ ਯੂਪੀ ਦੇ ਵਿੱਚ ਇੱਕ ਉਬਾਲ ਆਇਆ ਸੀਗਾ, ਬੀਜੇਪੀ ਦੇ ਨਾਲ ਲੋਕ ਜੁੜ ਗਏ ਸੀਗੇ। ਸੋ ਕਹਿਣ ਦਾ ਮਤਲਬ ਹੈ ਕਿ ਚਾਹੇ ਇਸ ਤਰ੍ਹਾਂ ਦੇ ਧਰਮ ਨੂੰ ਲੈ ਕੇ ਪੱਤਾ ਉਹਨਾਂ ਨੇ ਖੇਡਣ ਦੀ ਕੋਸ਼ਿਸ਼ ਕੀਤੀ ਹੋਵੇ, ਚਾਹੇ ਕੋਈ ਹੋਰ ਇਸ ਤਰ੍ਹਾਂ ਦੇ ਪੱਤੇ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਅਸੀਂ ਸੱਤਾ ਦੇ ਵਿੱਚ ਰਹਿਣਾ ਹੈ, ਚਾਹੇ ਕੁਝ ਵੀ ਕਰਨਾ ਪਵੇ। ਸੋ ਇਹੀ ਕਾਰਨ ਹੈ ਕਿ ਉਹ ਪੰਜਾਬ ਦੇ ਵਿੱਚ ਲੋਕ ਇਸ ਵੇਲੇ ਡਰ ਰਹੇ ਨੇ ਕਿ ਪੰਜਾਬ ਦੇ ਵਿੱਚ ਜੇਕਰ RSS ਜਾਂ ਬੀਜੇਪੀ ਆਪਣਾ ਜਿਹੜਾ ਹੈਗਾ ਅੱਗੇ ਫੈਲਾਉਂਦੀ ਹੈ ਆਪਣੇ ਆਪ ਨੂੰ, ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਲਈ ਜਿਹੜੀ ਆਵਾਜ਼ ਹੈ ਥੋੜੀ ਜੀ ਉਹ ਠੀਕ ਨਹੀਂ ਆ ਰਹੀ। ਮੈਂ ਆਪਣੀ ਟੀਮ, ਟੈਕਨੀਕਲ ਟੀਮ ਨੂੰ ਕਹਾਂਗਾ ਕਿ ਡਾਕਟਰ ਸਾਹਿਬ ਦੀ ਜਿਹੜੀ ਆਵਾਜ਼ ਉਹ ਜ਼ਰੂਰ ਠੀਕ ਕੀਤੀ ਜਾਵੇ। ਤਾਂ ਡਾਕਟਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਪੰਜਾਬ ਦੇ ਸਰਵੇਖਣ ਅਤੇ ਪੰਜਾਬ ਦੀ ਸਿਆਸੀ ਹਲਚਲ ਦੇ ਉੱਤੇ ਕਰ ਰਹੇ ਹਾਂ। ਜੀ ਡਾਕਟਰ ਸਾਹਿਬ। ਜੀ ਮੈਂ ਇਹੀ ਕਹਿ ਰਿਹਾ ਸੀਗਾ ਕਿ ਬੀਜੇਪੀ ਪੰਜਾਬ ਦੇ ਵਿੱਚ ਜੇਕਰ ਆਪਣਾ ਜਿਹੜਾ ਹੈਗਾ ਆਪਣੇ ਤੌਰ ਤੇ ਫੈਲਦੀ ਹੈ, ਔਰ ਤਾਂ ਇਹਦੇ ਨਾਲ ਕੀ ਹੋਏਗਾ ਕਿ ਬਾਕੀ ਪਾਰਟੀਆਂ ਨੂੰ ਲਾਜ਼ਮੀ ਤੌਰ ਤੇ, ਮੈਂ ਚਾਹੁੰਦਾ ਕਿ ਇੱਕ ਵਾਰ ਤੁਸੀਂ ਦੁਬਾਰਾ ਤੋਂ ਪ੍ਰੋਗਰਾਮ ਦੇ ਵਿੱਚ ਜੁੜੋ ਤਾਂ ਜੋ ਜਿਹੜੀ ਇਹ ਆਵਾਜ਼ ਤੁਹਾਡੀ ਠੀਕ ਨਹੀਂ ਆ ਰਹੀ, ਉਹ ਆਵਾਜ਼ ਤੁਹਾਡੀ ਠੀਕ ਤਰੀਕੇ ਦੇ ਨਾਲ ਆ ਸਕੇ। ਮੈਂ ਚਾਹੁੰਦਾ ਕਿ ਦੁਬਾਰਾ ਤੁਸੀਂ ਠੀਕ ਤਰੀਕੇ ਦੇ ਨਾਲ, ਜੇ ਤੁਸੀਂ ਦੁਬਾਰਾ ਜੁੜ ਸਕੋ ਇੱਕ ਵਾਰੀ, ਜਿਹੜੀ ਡਿਸਕਨੈਕਟ ਕਰਕੇ ਜੇ ਦੁਬਾਰਾ ਜੁੜ ਸਕੋ ਤਾਂ ਜ਼ਿਆਦਾ ਵਧੀਆ ਹੈਗਾ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਡਾਕਟਰ ਸਾਹਿਬ ਨੂੰ ਦੁਬਾਰਾ ਤੋਂ ਜਿਹੜਾ ਜੋੜਿਆ ਜਾਵੇ। ਤਾਂ ਵਾਰ-ਵਾਰ ਮੈਂ ਆਪਣੀ ਟੀਮ ਨੂੰ ਕਹਿ ਰਿਹਾ। ਤਾਂ ਹੁਣ ਜਿਹੜਾ ਇਹ ਪ੍ਰੋਗਰਾਮ ਸਾਡਾ ਜਿਹੜਾ ਚੱਲ ਰਿਹਾ ਹੈ, ਇਹ ਪੰਜਾਬ ਦੇ ਵਿੱਚ ਜਿਹੜੀਆਂ ਸਿਆਸੀ ਹਲਚਲਾਂ ਨੇ ਜਿਹੜੀਆਂ ਚੱਲ ਰਹੀਆਂ, ਜੋੜ ਤੋੜ ਹੈ ਜਿਹੜਾ, ਉਸ ਨੂੰ ਲੈ ਕੇ ਅਸੀਂ ਗੱਲਬਾਤ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਕਰ ਰਹੇ ਹਾਂ। ਤਾਂ ਪਹਿਲਾਂ ਅਸੀਂ ਦੱਸ ਕੇ ਹਟੇ ਹਾਂ ਕਿ ਜਿਹੜਾ ਹੈਗਾ ਵੱਖ-ਵੱਖ ਪਾਰਟੀਆਂ ਜਾਂ ਵੱਖ-ਵੱਖ, ਜਾਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਇਹ ਚੋਣ ਨਤੀਜਿਆਂ ਤੋਂ ਪਹਿਲਾਂ ਤੇ ਵੋਟਾਂ ਤੋਂ ਬਾਅਦ ਇੱਕ ਸਰਵੇਖਣ ਕਰਾਇਆ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੋਕ ਆਸਵੰਦ ਹੋ ਗਏ ਨੇ ਕਿ ਸ਼ਾਇਦ ਉਹਨਾਂ ਦੀ ਜਿਹੜੀ ਸਰਕਾਰ ਹੈ ਉਹ ਦੁਬਾਰਾ ਜਿਹੜੀ ਹੈ ਉਹ ਮਾਫ ਕਰਨਾ, ਜਿਹੜੀ ਪਹਿਲੀ ਵਾਰ ਜਿਹੜੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਜਿਹੜੀ ਆ ਉਹ ਆ ਸਕਦੀ ਹੈ। ਤਾਂ ਹੋਰ ਦੀ ਹੋਰ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਸੱਟਾ ਬਾਜ਼ਾਰ ਵੀ ਇਸ ਵਕਤ ਜਿਹੜਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਾਰ ਰਿਹਾ ਆਮ ਆਦਮੀ ਪਾਰਟੀ ਨੂੰ। ਤਾਂ ਡਾਕਟਰ ਸਾਹਿਬ ਜਿਹੜੇ ਦੁਬਾਰਾ ਸਾਡੇ ਨਾਲ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਆਪਣੀ ਗੱਲ ਤੁਸੀਂ ਜੀ ਸੁਖਿੰਦਰ ਜੀ, ਆਵਾਜ਼ ਆ ਰਹੀ ਹੈ ਮੇਰੀ ਹੁਣ? ਜੀ ਆਵਾਜ਼ ਆ ਰਹੀ ਹੈ, ਪਰ ਥੋੜੀ ਜੀ ਡਿਸਕਨੈਕਟ, ਥੋੜੀ ਜੀ ਡਿਸਟਰਬੈਂਸ ਹੈ। ਤੁਸੀਂ ਗੱਲ ਜਾਰੀ ਰੱਖੋ, ਕੋਈ ਨਹੀਂ, ਹੋ ਜਾਏਗੀ। ਓਕੇ ਮੈਂ ਇਹੀ ਕਹਿਣਾ ਚਾਹੁੰਦਾ ਸੁਖਵਿੰਦਰ ਜੀ ਕਿ ਬੀਜੇਪੀ ਜੇਕਰ ਪੰਜਾਬ ਦੇ ਵਿੱਚ ਆਪਣੀ ਸੱਤਾ ਕਾਇਮ ਕਰਦੀ ਹੈ ਜਾਂ ਕੁਝ ਆਪਣੀ ਹੋਂਦ ਕਾਇਮ ਕਰਦੀ ਹੈ, ਤਾਂ ਲਾਜ਼ਮੀ ਤੌਰ ਤੇ ਬਾਕੀ ਪਾਰਟੀਆਂ ਲਈ ਬਹੁਤ ਵੱਡਾ ਖਤਰੇ ਦੀ ਘੰਟੀ ਹੋ ਸਕਦੀ ਹੈ। ਖਾਸ ਤੌਰ ਤੇ ਅਕਾਲੀ ਦਲ ਲਈ ਆਪਾਂ ਕਹਿ ਸਕਦੇ ਹਾਂ, ਕਾਂਗਰਸ ਦੇ ਲਈ, ਜਾਂ ਆਮ ਆਦਮੀ ਪਾਰਟੀ ਦੇ ਲਈ, ਜਾਂ ਬਸਪਾ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਲਈ ਕਾਫੀ ਦਿੱਕਤਾਂ ਖੜੀਆਂ ਹੋ ਸਕਦੀਆਂ ਨੇ। ਕਿਉਂਕਿ ਉਹਦਾ ਵੱਡਾ ਕਾਰਨ ਇਹ ਹੀ ਹੈ ਕਿ ਇੱਕ ਵੱਡਾ ਸਵਾਲ ਹੈ ਸਾਡੇ ਸਾਰਿਆਂ ਦੇ ਸਾਹਮਣੇ ਕਿ ਲੋਕ ਬੀਜੇਪੀ ਨਾਲ, ਜਾਂ ਜਿਹੜੇ ਵੱਡੇ ਲੀਡਰ ਨੇ ਉਹ ਬੀਜੇਪੀ ਨਾਲ ਕਿਉਂ ਜੁੜਨਗੇ, ਕਿਉਂ ਬੀਜੇਪੀ ਨਾਲ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਦਾ ਵੱਡਾ ਕਾਰਨ ਇਹੀ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਜ਼ਿਆਦਾਤਰ ਬੀਜੇਪੀ ਇਸ ਵੇਲੇ ਆਪਣੀ ਕਾਰਜਸ਼ੈਲੀ ਜਿਹੜੀ ਹੈਗੀ ਹੈ
ਨਿਭਾ ਰਹੀ ਹੈ ਔਰ ਆਪਣੇ ਸੱਤਾ ਜਿਹੜੀ ਹੈਗੀ ਹੈ ਇਹਨਾਂ ਸਟੇਟਾਂ ਦੇ ਵਿੱਚ ਹੈਗੀ ਹੈ। ਔਰ ਦੂਸਰਾ ਹੈ ਕਿ 24 ਦੀਆਂ ਜਿਹੜੀਆਂ ਲੋਕ ਸਭਾ ਇਲੈਕਸ਼ਨਾਂ ਹੋਣੀਆਂ ਨੇ ਜਾਂ ਹੁਣ ਵੀ ਜਦੋਂ ਤੁਸੀਂ ਦੇਖਦੇ ਹੋ ਤਾਂ ਉਹਦੇ ਵਿੱਚ ਸੈਂਟਰ ਲੈਵਲ ਤੇ ਜਿਹਦੀ ਸੱਤਾ ਹੈ ਉਹ ਵੀ ਬੀਜੇਪੀ ਹੈ। ਔਰ 24 ਦੇ ਵਿੱਚ ਵੀ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਕਿ ਸ਼ਾਇਦ ਬੀਜੇਪੀ ਜਿੰਨੀ ਦੇਰ, ਕਿਉਂਕਿ ਕਾਂਗਰਸ ਇੱਕ ਬਦਲ ਦੇ ਤੌਰ ਤੇ ਪੇਸ਼ ਨਹੀਂ ਹੁੰਦੀ ਸੈਂਟਰ ਦੇ ਵਿੱਚ, ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਫਾਇਦਾ ਜਿਹੜਾ ਹੈਗਾ ਬੀਜੇਪੀ ਦਾ ਹੀ ਹੋਵੇਗਾ। ਸੋ ਬੀਜੇਪੀ ਨੂੰ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਕਰਕੇ ਇਹ ਜਿਹੜੇ ਲੀਡਰ ਨੇ, ਜਿਹੜੇ ਚਾਹੇ ਉਹ ਕਾਂਗਰਸ ਤੋਂ ਸ਼ਿਫਟ ਹੋ ਰਹੇ ਨੇ, ਚਾਹੇ ਬਾਕੀ ਪਾਰਟੀਆਂ ਚੋਂ ਬੀਜੇਪੀ ਵੱਲ ਜਾ ਰਹੇ ਨੇ, ਇੱਥੋਂ ਇਹੀ ਲੱਗ ਰਿਹਾ ਹੈ ਕਿ ਇਹਨਾਂ ਲੀਡਰਾਂ ਨੂੰ ਲੱਗਦਾ ਹੈ ਕਿ ਅਸੀਂ ਸੱਤਾ ਹੰਡਾਉਣੀ ਹੈ। ਯਾਨੀ ਕਿ ਜੇਕਰ ਤੁਸੀਂ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਹੋ ਤਾਂ ਸਿੱਧੇ ਤੌਰ ਤੇ ਤੁਸੀਂ ਸੈਂਟਰ ਦੀ ਲੀਡਰਸ਼ਿਪ ਦੇ ਨਾਲ ਜੁੜਦੇ ਹੋ, ਯਾਨੀ ਕਿ ਉਹ ਸੱਤਾ ਦੇ ਨਾਲ ਜੁੜ ਜਾਂਦੇ ਹੋ। ਔਰ ਉਹਨਾਂ ਨੂੰ ਇਹ ਵੀ ਲੱਗਦਾ ਕਿ ਅਗਲੇ ਜਿਹੜੇ ਨੇ ਬਾਹ ਮਰੋੜਨ ਵਾਲੀ ਗੱਲ ਜਿਹੜੀ ਨਵਜੋਤ ਸਿੰਘ ਸਿੱਧੂ ਕਰਦੇ ਹੁੰਦੇ ਸੀਗੇ, ਉਹ ਬਾਹ ਮਰੋੜਨ ਵਾਲੀ ਗੱਲ ਵੀ ਜਿਹੜੀ ਹੈ ਚੱਲਦੀ ਦਿਖਾਈ ਦੇ ਰਹੀ ਹੈ, ਈਡੀ ਵਾਲੀ ਗੱਲ ਵੀ ਚੱਲਦੀ ਦਿਖਾਈ ਦੇ ਰਹੀ ਹੈ। ਤਾਂ ਡਾਕਟਰ ਸਾਹਿਬ ਇਹ ਜਿਹੜੀ 3 ਤਰੀਕ ਨੂੰ ਹੋ ਸਕਦਾ ਕਿ ਕੁਝ ਨਾ ਕੁਝ ਇਹਦੇ ਵਿੱਚ ਰਣਨੀਤੀ ਘੜੀ ਜਾਣੀ ਹੋਵੇ, ਕੁਝ ਨਾ ਕੁਝ ਕਰਨਾ ਹੋਵੇ, ਬੀਜੇਪੀ ਨੇ ਕੁਝ ਨਵੀਂ ਰਣਨੀਤੀ ਜਿਹੜੀ ਹੈ ਉਹ ਕਰਨੀ ਹੋਵੇ ਪੰਜਾਬ ਦੇ ਨਾਲ ਸੰਬੰਧਿਤ ਇਸ ਮੀਟਿੰਗ ਦੇ ਵਿੱਚ। ਤਾਂ ਦੂਜੇ ਪਾਸੇ ਡਾਕਟਰ ਸਾਹਿਬ ਖਬਰਾਂ ਜਿਹੜੀਆਂ ਇਹ ਵੀ ਆ ਰਹੀਆਂ ਨੇ ਕਿ ਹੋਟਲ ਕਹਿੰਦੇ ਬੁੱਕ ਹੋ ਗਏ ਨੇ, ਵੱਡੀ ਕਾਂਗਰਸ ਪਾਰਟੀ ਦੇ ਵਾਸਤੇ ਕਿਹਾ ਜਾ ਰਿਹਾ ਹੈ। ਉਧਰ ਕਹਿੰਦੇ ਅਸ਼ੋਕ ਗਹਿਲੋਤ ਦੀ ਮੀਟਿੰਗ ਹੋਈ ਸੀਗੀ ਰਾਹੁਲ ਗਾਂਧੀ ਦੇ ਨਾਲ, ਉਸ ਦੇ ਵੀ ਇਹ ਮਾਇਨੇ ਕੱਢੇ ਜਾ ਰਹੇ ਨੇ ਕਿ ਸ਼ਾਇਦ ਅਸ਼ੋਕ ਗਹਿਲੋਤ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਰਾਹੁਲ ਗਾਂਧੀ ਦੇ ਵੱਲੋਂ ਕਿ ਭਾਈ ਤੁਸੀਂ ਮੁੱਖ ਮੰਤਰੀ ਹੋ, ਤੁਹਾਡੀ ਸਰਕਾਰ ਹੈ ਰਾਜਸਥਾਨ ਦੇ ਵਿੱਚ, ਉੱਥੇ ਕਿਸੇ ਦਾ ਵੀ ਕਿਸੇ ਕਿਸਮ ਦਾ ਜ਼ੋਰ ਨਹੀਂ ਚੱਲ ਸਕਦਾ, ਤੇ ਜਿਹੜੇ ਸਾਡੇ ਭਾਈ ਜਿਹੜੇ ਐਮਐਲਏ ਜਿੱਤਣੇ ਆ ਉਹ ਅਸੀਂ ਤੁਹਾਡੇ ਵੱਲ ਭੇਜਣੇ ਆ, ਤੇ ਤੁਸੀਂ ਉਧਰ ਉਹਨਾਂ ਦਾ ਖਿਆਲ ਰੱਖਣਾ, ਹੋਟਲ ਬੁੱਕ ਕਰਨੇ ਆ, ਖਾਣ ਪੀਣ ਦੀ ਜ਼ਿੰਮੇਵਾਰੀ ਜਿਹੜੀ ਉਹ ਤੁਹਾਡੀ ਹੈ। ਉਹ ਜਿਹੜੇ ਸਿਆਸੀ ਮਾਇਨੇ ਡਾਕਟਰ ਸਾਹਿਬ ਜਿਹੜੇ ਕੱਢੇ ਜਾ ਰਹੇ ਆ, ਵਾਕਈ ਇਦਾਂ ਦੀ ਗੱਲਬਾਤ ਜਿਹੜੀ ਉਹ ਹੋ ਸਕਦੀ ਹੈ? ਵਾਕਈ ਹੋਟਲ ਜਿਹੜੇ ਬੁੱਕ ਹੋ ਗਏ ਹੋਣੇ ਆ, ਵਾਕਈ ਸਿਆਸੀ ਮਾਇਨੇ ਰਾਹੁਲ ਤੇ ਗਹਿਲੋਤ ਦੀ ਮੀਟਿੰਗ ਤੇ ਵਾਕਈ ਡਿਊਟੀ ਇਹ ਗਹਿਲੋਤ ਦੀ ਜਿਹੜੀ ਲੱਗੀ ਹੋ ਸਕਦੀ ਹੈ? ਬਿਲਕੁਲ ਬਿਲਕੁਲ, ਤੁਸੀਂ ਦੇਖੋਗੇ ਕਿ ਜਦੋਂ ਅਸੀਂ ਬੀਜੇਪੀ ਦਾ ਇਤਿਹਾਸ ਦੇਖਦੇ ਹਾਂ, ਕਿਉਂਕਿ ਇਹਨਾਂ ਨੂੰ ਖਤਰਾ ਬੀਜੇਪੀ ਤੋਂ ਹੀ ਹੈ, ਇਹਨਾਂ ਨੂੰ ਇਹੀ ਲੱਗਦਾ ਹੈ ਕਿ ਬੀਜੇਪੀ ਕਿਸੇ ਵੇਲੇ ਵੀ ਸਾਡੇ ਜਿਹੜੇ ਐਮਐਲਏ ਨੇ ਉਹ ਪੱਟ ਸਕਦੀ ਹੈ, ਕਿਉਂਕਿ ਉਹਨਾਂ ਨੇ ਦੇਖ ਚੁੱਕੇ ਹੈ ਕਾਂਗਰਸ ਵਾਲੇ। ਕਰਨਾਟਕ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਕਰਨਾਟਕ ਦੇ ਵਿੱਚ ਵੀ ਹਾਲਾਂਕਿ ਕਾਂਗਰਸ ਦੀ ਸੱਤਾ ਜਿਹੜੀ ਹੈਗੀ ਆ ਉਹ ਕਾਇਮ ਹੋਣੀ ਸੀਗੀ, ਪਰ ਬੀਜੇਪੀ ਬਾਜ਼ੀ ਮਾਰ ਗਈ ਸੀ। ਇਸੇ ਤਰ੍ਹਾਂ ਗੋਆ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਗੋਆ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਨੇ ਸੀਟਾਂ ਕਾਂਗਰਸ ਨੂੰ ਮਿਲੀਆਂ ਸੀਗੀਆਂ, ਪਰ ਉੱਥੇ ਵੀ ਬੀਜੇਪੀ ਹਾਵੀ ਹੋ ਗਈ ਸੀਗੀ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਦੋਂ ਅਸੀਂ ਪਿਛਲਾ ਇਤਿਹਾਸ ਬੀਜੇਪੀ ਦਾ ਸਟੇਟਾਂ ਦੇ ਵਿੱਚ, ਵੱਖ-ਵੱਖ ਸਟੇਟਾਂ ਦੇ ਵਿੱਚ ਦੇਖਦੇ ਹਾਂ, ਤਾਂ ਉਹ ਇਸ ਤਰ੍ਹਾਂ ਦੀ ਖਰੀਦੋ ਫਰੋਖਤ ਜਿਹੜੀ ਹੈਗੀ ਹੈ ਐਮਐਲਏ ਦੀ ਕਰਦੀ ਰਹੀ ਹੈ, ਔਰ ਜਿਹਦੇ ਕਰਕੇ ਸੱਤਾ ਕਾਇਮ ਹੁੰਦੀ ਰਹੀ ਹੈ ਬੀਜੇਪੀ ਦੀ। ਸੋ ਹੁਣ ਵੀ ਇਹੀ ਡਰ ਹੈ ਕਾਂਗਰਸ ਨੂੰ ਕਿ ਉਹੀ ਗੱਲਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਕਰਨਾਟਕ ਦੇ ਵਿੱਚ ਜਾਂ ਗੋਆ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ, ਇੱਥੋਂ ਤੱਕ ਤੁਸੀਂ ਆਪਾਂ ਪਿਛਲੇ ਦਿਨਾਂ ਦੀ ਗੱਲ ਕਰਦੇ ਹਾਂ ਕਿ ਜਦੋਂ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਕੁਝ ਐਮਸੀ ਚੰਡੀਗੜ੍ਹ ਦੇ ਵਿੱਚ ਜਿੱਤੇ ਸੀਗੇ, ਤਾਂ ਹਾਲਾਂਕਿ ਬੀਜੇਪੀ ਨੂੰ ਘੱਟ ਸੀਟਾਂ ਮਿਲੀਆਂ ਸੀਗੀਆਂ, ਥੋੜੀਆਂ ਸੀਟਾਂ ਸੀਗੀਆਂ, ਪਰ ਜਿਹੜਾ ਮੇਅਰ ਹੈ ਉਹ ਬੀਜੇਪੀ ਦਾ ਬਣ ਗਿਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਇਸ ਜੋੜ ਤੋੜ ਦੀ, ਜਿਵੇਂ ਤੁਸੀਂ ਦੱਸਿਆ ਹੈ ਕਿ ਬੀਜੇਪੀ ਦੇ ਕੋਲ ਇੱਕੋ ਹੀ ਫਾਰਮੂਲਾ ਹੈ, ਉਹ ਫਾਰਮੂਲਾ ਹੈ ਕਿ ਸਾਮ ਦਾਮ ਦੰਡ ਭੇਦ, ਯਾਨੀ ਕਿ ਹਰ ਤਰੀਕੇ ਦੇ ਨਾਲ ਤੁਸੀਂ ਬਾਕੀ ਲੋਕਾਂ ਦੀਆਂ ਜਿਹੜੀਆਂ ਨੇ, ਚਾਹੇ ਉਹਨਾਂ ਦੇ ਐਮਐਲਏ ਪੱਟ ਲਓ, ਚਾਹੇ ਉਹਨਾਂ ਨੂੰ ਕੋਈ ਲਾਲਚ ਦਿਓ, ਚਾਹੇ ਤੁਸੀਂ ਉਹਨਾਂ ਦੇ ਉੱਤੇ ਜਿਵੇਂ ਤੁਸੀਂ ਕਿਹਾ ਹੈ ਕਿ ਈਡੀ ਦਾ ਸਕੰਜਾ ਕੱਸੋ, ਯਾਨੀ ਕਿ ਉਹ ਹਰ ਹੀਲੇ ਦੇ ਨਾਲ, ਹਰ ਤਰੀਕੇ ਦੇ ਨਾਲ ਕੋਸ਼ਿਸ਼ ਕਰਦੇ ਆ ਬੀਜੇਪੀ ਵਾਲੇ ਕਿ ਇਹ ਜਿਹੜੇ ਬਾਕੀ ਜਿਹੜੇ ਪਾਰਟੀਆਂ ਦੇ ਐਮਐਲਏ ਹੁੰਦੇ ਆ ਉਹਨਾਂ ਨੂੰ ਪੱਟਦੇ ਆ, ਜੋੜ ਤੋੜ ਕਰਦੇ ਆ ਤੇ ਆਪਣੀ ਸੱਤਾ ਕਾਇਮ ਕਰਦੇ ਆ। ਸੋ ਹੁਣ ਵੀ ਇਸੇ ਡਰ ਦੇ ਵਿੱਚੋਂ ਕਾਂਗਰਸ ਜਿਹੜੀ ਹੈਗੀ ਹੈ ਬਹੁਤ ਫੂਕ ਕੇ ਕਦਮ ਰੱਖ ਰਹੀ ਹੈ, ਔਰ ਬਹੁਤ ਡਰ ਲੱਗਿਆ ਹੋਇਆ ਉਹਨਾਂ ਨੂੰ ਕਿ ਕਿਤੇ ਨਾ ਕਿਤੇ ਸਾਡੇ ਜਿਹੜੇ ਨੇ ਐਮਐਲਏ ਸਾਹਿਬਾਨ ਉਹ ਨਾ ਪੱਟ ਲੈ ਜਾਣ। ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਚੋਣਾਂ ਤੋਂ ਪਹਿਲਾਂ ਵੀ ਡਾਕਟਰ ਸਾਹਿਬ ਬੇਸ਼ੱਕ ਜਿਹੜੇ ਵੱਡੇ ਲੀਡਰ ਨੇ, ਚਾਹੇ ਉਹ ਹਰੀਸ਼ ਚੌਧਰੀ ਨੇ, ਚਾਹੇ ਉਹ ਸੁਨੀਲ ਜਾਖੜ ਨੇ, ਬੇਸ਼ੱਕ ਉਹ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਹੁਣ ਕਿ ਭਾਈ ਏਦਾਂ ਦੀ ਗੱਲ ਕੋਈ ਨਹੀਂ, ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਫੂਡਰਾਂ ਦੀਆਂ ਬੁੱਕਾਂ ਵਾਲੀਆਂ ਅਫਵਾਹਾਂ ਨੇ। ਪਰ ਡਾਕਟਰ ਸਾਹਿਬ ਚਰਚੇ ਇਹ ਵੀ ਨੇ, ਕਹਿੰਦੇ ਕਿ ਲੀਡਰਾਂ ਨੇ ਤਾਂ ਇੱਥੇ ਤੱਕ ਨਜ਼ਰ ਰੱਖੀ ਆ, ਹਾਈ ਕਮਾਨ ਨੇ, ਤੇ ਕਹਿੰਦੇ ਸੁਨੇਹੇ ਲਾਤੇ ਆ ਕਿ ਭਾਈ ਜੇ ਹੋ ਸਕੇ ਤਾਂ ਤੁਸੀਂ ਬੂਥ ਕੇਂਦਰ ਤੇ ਜਿੱਥੇ ਗਿਣਤੀ ਹੋਣੀ ਆ ਨਾ ਜਾਇਓ, ਤੇ ਜੇ ਜਾਣਾ ਹੀ ਆ ਤੇ ਜੇ ਸਿੱਧੇ ਤੌਰ ਤੇ ਜੇ ਅਸੀਂ ਗੱਲ ਕਹੀਏ ਉੱਥੇ ਸ਼ਾਇਦ ਜਾਣਾ ਹੀ ਪਊਗਾ, ਤੇ ਉੱਥੋਂ ਅਸੀਂ ਤੁਹਾਨੂੰ ਸਿੱਧਾ ਪਿਕ ਕਰਾਂਗੇ, ਜਿਹੜੇ ਬੰਦੇ ਜਿੱਤ ਜਾਣਗੇ
ਬੰਦਿਆਂ ਦੀਆਂ ਕਹਿੰਦੇ ਡਿਊਟੀਆਂ ਲਾਤੀਆਂ, ਕਿਹੜੇ ਕਿਹੜੇ ਬੰਦਿਆਂ ਨੇ ਉੱਥੇ ਜਾ ਕੇ ਇਹਨਾਂ ਨੂੰ ਸਾਰਿਆਂ ਨੂੰ ਪਿਕ ਕਰਨਾ ਹੈ ਤੇ ਪਿਕ ਕਰਕੇ ਕਿੱਥੇ ਲਿਜਾਣਾ ਹੈ ਤੇ ਇਕੱਠੇ ਹੋਣਾ ਹੈ। ਇਹ ਜਿਹੜੀਆਂ ਡਿਊਟੀਆਂ ਕਹਿੰਦੇ ਲੱਗ ਚੁੱਕੀਆਂ ਨੇ ਵੀ ਜਦੋਂ ਜਿੱਥੇ ਮਤਦਾਨ ਜਿੱਥੇ ਉਹ ਹੋਣੀ ਆ ਗਿਣਤੀ, ਉੱਥੋਂ ਜਿਹੜੇ ਜਿਹੜੇ ਤਾਂ ਬੰਦੇ ਜਿੱਤਣਗੇ ਉੱਥੋਂ ਹੀ ਕਹਿੰਦੇ ਪਾਰਟੀ ਨੇ ਬੰਦੇ ਚੱਕ ਲੈਣੇ ਆ ਤੇ ਉਸ ਤੋਂ ਬਾਅਦ ਚੋਂ ਫਿਰ ਪਤਾ ਨਹੀਂ ਲੱਗਣਾ ਕਿ ਕੌਣ ਕਿੱਧਰ ਗਿਆ। ਜੀ ਬਿਲਕੁਲ ਬਿਲकुल ਤੁਸੀਂ ਇਹ ਗੱਲ ਬਿਲकुल ਠੀਕ ਹੈ ਕਿ ਅੰਦਰੋਂ ਕਿਤੇ ਨਾ ਕਿਤੋਂ ਕਾਂਗਰਸ ਜਿਹੜੀ ਹੈਗੀ ਹੈ ਡਰਦੀ ਨਜ਼ਰ ਆ ਰਹੀ ਹੈ। ਔਰ ਇਹ ਡਰ ਇਹ ਨਹੀਂ ਕਿ ਐਵੇਂ ਹੈ ਡਰ, ਇਹ ਡਰ ਸੱਚਾ ਵੀ ਹੈ। ਕਿਉਂਕਿ ਜਿਵੇਂ ਮੈਂ ਐਗਜ਼ਾਮਪਲਾਂ ਦਿੱਤੀਆਂ ਨੇ ਬਾਕੀ ਸਟੇਟਾਂ ਦੀਆਂ, ਪਿਛਲੇ ਦਿਨਾਂ ਦੇ ਵਿੱਚ ਜਦੋਂ ਚੋਣਾਂ ਹੋਈਆਂ ਸੀਗੀਆਂ ਤਾਂ ਕਾਂਗਰਸ ਦੀ ਸੱਤਾ ਬਣਦੀ ਰਹਿ ਗਈ ਸੀਗੀ। ਸੋ ਇਹੀ ਡਰ ਕਿਤੇ ਇਸ ਵੇਲੇ ਵੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ ਕਾਂਗਰਸ ਦੇ ਵਿੱਚ। ਔਰ ਜਿਵੇਂ ਮੈਂ ਦੱਸਿਆ ਹੈ ਕਿ ਕਾਂਗਰਸ ਦੇ ਜਿਹੜੇ ਐਮਐਲਏ ਨੇ ਉਹ ਜਦੋਂ ਤੁਸੀਂ ਦੇਖਿਆ ਹੋਵੇਗਾ ਕਿ ਹਜੇ ਤਾਂ ਨਵੀਂ ਸਰਕਾਰ ਹਜੇ ਬਣਨੀ ਸੀ, ਵੋਟਾਂ ਪੈਣੀਆਂ ਸੀਗੀਆਂ, ਪਰ ਪਹਿਲਾਂ ਹੀ ਖਿਸਕਦੇ ਨਜ਼ਰ ਆਏ ਸੀਗੇ। ਔਰ ਜਿਹਦੇ ਵਿੱਚ ਵੱਡੇ ਨਾਮ ਆਪਾਂ ਕਹਿ ਸਕਦੇ ਹਾਂ ਕਿ ਫਤਿਹ ਜੰਗ ਬਾਜਵਾ ਹੋਰਾਂ ਦਾ ਵੱਡਾ ਨਾਂ ਹੈ ਕਿ ਜਿਹੜੇ ਬੀਜੇਪੀ ਦੇ ਵਿੱਚ ਜਿਹੜੇ ਸੀ ਸ਼ਾਮਲ ਹੋ ਗਏ ਸੀਗੇ। ਇਸੇ ਤਰ੍ਹਾਂ ਰਾਣਾ ਗੁਰਜੀਤ ਸੋਢੀ ਜਿਹੜੇ ਸੀਗੇ ਕਪੂਰਥਲੇ ਤੋਂ, ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸੀਗੇ। ਸੋ ਕਹਿਣ ਦਾ ਮਤਲਬ ਹੈ ਕਿ ਇਹ ਡਰ ਜਿਹੜਾ ਹੈਗਾ ਅਗਲੇ ਦਿਨਾਂ ਦੇ ਵਿੱਚ ਵੀ ਸਤਾ ਰਿਹਾ ਕਾਂਗਰਸ ਨੂੰ ਕਿ ਹੋਰ ਵੱਡੇ ਲੀਡਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਾ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਸੋ ਇਸ ਡਰ ਦੇ ਕਰਕੇ ਜਿਵੇਂ ਤੁਸੀਂ ਦੱਸ ਰਹੇ ਹੋ, ਬੇਸ਼ੱਕ ਚੌਧਰੀ ਸਾਹਿਬ ਜ਼ਰੂਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਅਸੀਂ ਕੋਈ ਇਦਾਂ ਦੀ ਕਾਰਵਾਈ ਨਹੀਂ ਕਰ ਰਹੇ, ਪਰ ਅੰਦਰ ਖਾਤੇ ਕਿਤੇ ਨਾ ਕਿਤੇ ਕਾਂਗਰਸ ਡਰੀ ਵੀ ਹੋਈ ਹੈ ਔਰ ਉਹਨੂੰ ਡਰਨਾ ਵੀ ਚਾਹੀਦਾ। ਮੈਂ ਇਹ ਵੀ ਗੱਲ ਕਹਾਂਗਾ ਕਿ ਕਿਉਂਕਿ ਬੀਜੇਪੀ ਦੇ ਉੱਤੇ ਕੋਈ ਬਹੁਤਾ ਭਰੋਸਾ ਤੁਹਾਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਬੀਜੇਪੀ ਦਾ ਇੱਕੋ ਹੀ ਹੈ ਕਿ ਕਿਵੇਂ ਨਾ ਕਿਵੇਂ ਸੱਤਾ ਦੇ ਵਿੱਚ ਬੀਜੇਪੀ ਰਹਿਆ ਦੇ ਜਾਵੇ। ਉੱਤੇ ਦਾ ਭਰੋਸਾ ਸਰ ਕੀ ਕਰਨਾ, ਉਹਨਾਂ ਦੇ ਆਪਦੇ ਜਿਹੜੇ ਬੀਬੇ ਪੁੱਤ ਜਿਨ੍ਹਾਂ ਨੂੰ ਉਹਨਾਂ ਨੇ ਟਿਕਟਾਂ ਦਿੱਤੀਆਂ ਨੇ ਉਹ ਵੀ ਇੰਨੇ ਸਲਾਗਾ ਕਿ ਬਿਲਕੁਲ, ਗਾਂਧੀ ਵਾਲੇ ਕਾਗਜ਼ ਦੇਖ ਕੇ ਉਹ ਵੀ ਮੈਂਟਲ ਲਾਉਂਦੇ ਆ, ਫਿਸਲਣ ਲੱਗੇ। ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਦਾ ਜਿਹੜਾ ਇੱਕ ਕਲਚਰ ਵੀ ਰਿਹਾ ਹੈ ਉਹ ਲਗਭਗ ਇਸੇ ਤਰ੍ਹਾਂ ਦਾ ਰਿਹਾ ਹੈ ਕਿ ਕਾਂਗਰਸ ਦੇ ਜਿਹੜੇ ਖਾਸ ਤੌਰ ਤੇ 1980 ਤੋਂ ਬਾਅਦ ਦੀ ਜਿਹੜੀ ਆਪਾਂ ਕਾਂਗਰਸ ਦੀ ਪੋਲਿਟਿਕਸ ਦੇਖਦੇ ਹਾਂ, ਉਹਦਾ ਇਤਿਹਾਸ ਦੇਖਦੇ ਹਾਂ, ਤਾਂ ਬਹੁਤ ਵਾਰੀ ਉਹਨਾਂ ਦੇ ਉੱਤੇ ਚਾਹੇ ਲੋਕ ਸਭਾ ਦੇ ਵਿੱਚ ਹੋਵੇ ਚਾਹੇ ਵਿਧਾਨ ਸਭਾਵਾਂ ਦੇ ਵਿੱਚ ਹੋਵੇ, ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਜ਼ਰੂਰ ਲੱਗਦੇ ਨੇ ਕਿ ਇਹਨਾਂ ਦੇ ਜਿਹੜੇ ਐਮਐਲਏ ਨੇ ਜਾਂ ਐਮਪੀ ਨੇ ਜਾਂ ਵੱਡੇ ਲੀਡਰ ਨੇ ਉਹ ਪੈਸਿਆਂ ਦੇ ਲਾਲਚ ਦੇ ਵਿੱਚ ਆ ਸਕਦੇ ਨੇ ਔਰ ਦੂਸਰੀਆਂ ਪਾਰਟੀਆਂ ਨੂੰ ਜਿਹੜੇ ਨੇ ਜੁਆਇਨ ਕਰ ਸਕਦੇ ਨੇ। ਸੋ ਇਸ ਤਰ੍ਹਾਂ ਦੇ ਦੋਸ਼ ਲਗਾਤਾਰ 1980 ਤੋਂ ਬਾਅਦ ਕਾਂਗਰਸ ਦੇ ਉੱਤੇ ਲੱਗਦੇ ਰਹੇ ਨੇ ਔਰ ਇਸ ਕਲਚਰ ਨੇ, ਇਸ ਸੱਭਿਆਚਾਰ ਨੇ ਬਹੁਤ ਵੱਡਾ ਨੁਕਸਾਨ ਕਾਂਗਰਸ ਦਾ ਕੀਤਾ ਹੈ। ਔਰ ਇਹੀ ਕਾਰਨ ਹੈ ਕਿ ਅੱਜ ਬੀਜੇਪੀ ਜਿਹੜੀ ਹੈਗੀ ਹੈ ਸੱਤਾ ਦੇ ਵਿੱਚ ਹੈ, ਸੈਂਟਰ ਦੇ ਵਿੱਚ ਹੋਵੇ ਚਾਹੇ ਬਾਕੀ ਸਟੇਟਾਂ ਦੇ ਵਿੱਚ ਹੋਵੇ, ਉਹਨੇ ਹੌਲੀ ਹੌਲੀ ਬਾਕੀ ਸਟੇਟਾਂ ਦੇ ਵਿੱਚ ਵੀ ਕਬਜ਼ਾ ਕੀਤਾ ਹੋਇਆ। ਔਰ ਹੁਣ ਬੀਜੇਪੀ ਦੀ ਕੋਸ਼ਿਸ਼ ਇਹੀ ਹੁੰਦੀ ਹੈ ਹਮੇਸ਼ਾ ਕਿ ਕਾਂਗਰਸ ਨੂੰ ਕਿਵੇਂ ਨਾ ਕਿਵੇਂ ਧੋਬੀ ਪਟਕਾ ਦਿੱਤਾ ਜਾਏ, ਉਹਨੂੰ ਜਿਹੜਾ ਹੈਗਾ ਹਰਾਇਆ ਜਾਏ, ਕਿਉਂਕਿ ਉਹਨੂੰ ਇਹੀ ਲੱਗਦਾ ਹੈ ਕਿ 24 ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪਾਰਟੀ ਉੱਭਰ ਕੇ ਸਾਹਮਣੇ ਆ ਸਕਦੀ ਹੈ ਅੱਜ ਵੀ ਉਹ ਕਾਂਗਰਸ ਹੈ। ਔਰ ਇਸੇ ਕਰਕੇ ਕਾਂਗਰਸ ਦੇ ਉੱਤੇ ਸਭ ਤੋਂ ਜ਼ਿਆਦਾ ਉਹ ਪ੍ਰਹਾਰ ਕਰਦੀ ਹੈ, ਉਹਨਾਂ ਦੇ ਉੱਤੇ ਵਾਰ ਕੀਤੇ ਜਾਂਦੇ ਨੇ, ਉਹਨਾਂ ਦੇ ਐਮਐਲਏ ਨੂੰ ਪੱਟਿਆ ਜਾਂਦਾ ਹੈ। ਬਾਕੀ ਪਾਰਟੀਆਂ ਨੂੰ ਬਹੁਤਾ ਤਵੱਜੋ ਹਜੇ ਬੀਜੇਪੀ ਉਸ ਤਰ੍ਹਾਂ ਦੇ ਨਹੀਂ ਦੇ ਰਹੀ, ਕਿਉਂਕਿ ਹਜੇ ਬਾਕੀ ਪਾਰਟੀ ਕਿ ਸਰਵੇਖਣਾਂ ਦੇ ਵਿੱਚ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਅੱਗੇ ਆ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਵਾਲੇ ਪਾਸੇ ਵੱਧਦੀ ਨਜ਼ਰ ਆ ਰਹੀ ਹੈ। ਬੇਸ਼ੱਕ ਬਹੁਮਤ ਉਹਨੂੰ ਨਾ ਮਿਲੇ ਪਰ ਵੱਡੀ ਪਾਰਟੀ ਫਿਰ ਵੀ ਬਣਦੀ ਨਜ਼ਰ ਆ ਰਹੀ ਹੈ। ਹੋ ਸਕਦਾ ਬਹੁਮਤ ਮਿਲ ਵੀ ਜਾਵੇ, ਪਰ ਜੇ ਬਹੁਮਤ ਨਹੀਂ ਵੀ ਮਿਲਦਾ ਤਾਂ ਹਾਲੇ ਦੇ ਸਰਵੇਖਣਾਂ ਦੇ ਵਿਚਕਾਰ ਜਿਹੜਾ ਸਭ ਤੋਂ ਵੱਡੀ ਪਾਰਟੀ ਆਮ ਆਦਮੀ ਪਾਰਟੀ ਹੀ ਬਣ ਕੇ ਨਜ਼ਰ ਆਉਂਦੀ ਆ ਰਹੀ ਹੈ। ਤਾਂ ਸਰ ਜਿਸ ਤਰੀਕੇ ਦੇ ਸਿਆਸੀ ਜੋੜ ਤੋੜ ਲੱਗਣੇ ਸ਼ੁਰੂ ਹੋ ਗਏ ਨੇ, ਉਹ ਆਮ ਆਦਮੀ ਪਾਰਟੀ ਨੂੰ ਰੋਕਣ ਵਾਸਤੇ ਵੀ ਆਪਾਂ ਕਹਿ ਸਕਦੇ ਹਾਂ ਕਿ ਇਹ ਸਿਆਸੀ ਜੋੜ ਤੋੜ ਜਿਹੜੇ ਹੋ ਸਕਦੇ ਆ। ਬਿਲਕੁਲ, ਦੇਖੋ ਜਦੋਂ ਆਪਾਂ ਸਿਆਸੀ ਪਾਰਟੀਆਂ ਦੀ ਗੱਲ ਕਰਦੇ ਹਾਂ ਤਾਂ ਸਿਆਸਤ ਦਾ ਮਤਲਬ ਇਹੀ ਹੁੰਦਾ ਹੈ ਕਿ ਆਪ ਸੱਤਾ ਦੇ ਵਿੱਚ ਆਇਆ ਜਾਵੇ ਔਰ ਦੂਜੀਆਂ ਪਾਰਟੀਆਂ ਨੂੰ ਸੱਤਾ ਤੋਂ ਵਾਂਝੇ ਕੀਤਾ ਜਾਏ, ਸੱਤਾ ਤੋਂ ਪਰੇ ਕੀਤਾ ਜਾਏ, ਇਹੀ ਪੋਲਿਟਿਕਸ ਦੀ ਖੇਡ ਹੈ। ਸੋ ਇਸ ਕਰਕੇ ਆਪਾਂ ਦੇਖਿਆ ਹੈ ਕਿ ਜਿਹੜੀ ਪਾਰਟੀ ਨੂੰ ਵੀ ਲੱਗਦਾ ਹੈ, ਤੁਸੀਂ ਅੱਜ ਤੋਂ 6 ਮਹੀਨੇ ਪਹਿਲਾਂ ਦੇਖਿਆ ਹੋਵੇਗਾ ਕਿ ਬੀਜੇਪੀ ਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ, ਬੀਜੇਪੀ ਦੀ ਕੋਈ ਗੱਲ ਕਰਕੇ ਰਾਜ਼ੀ ਨਹੀਂ ਸੀਗੀ, ਪਰ ਅੱਜ ਤੁਸੀਂ ਦੇਖਿਆ ਕਿ ਅੱਜ ਪੰਜਾਬ ਦੇ ਵਿੱਚ ਬੀਜੇਪੀ ਇਹ ਕਹਿ ਰਹੀ ਹੈ ਕਿ ਸਾਡੀ ਸੱਤਾ ਕਾਇਮ ਹੋ ਸਕਦੀ ਹੈ, ਅਸੀਂ ਸੱਤਾ ਦੇ ਵਿੱਚ ਆ ਸਕਦੇ ਹਾਂ। ਇਹਦਾ ਵੱਡਾ ਕਾਰਨ ਇਹੀ ਹੈ ਕਿ ਜਿਹੜੀ ਇਹ ਜੋੜ ਤੋੜ ਦੀ ਰਾਜਨੀਤੀ ਹੈ, ਉਸੇ ਕਰਕੇ ਤੁਸੀਂ ਦੇਖੋਗੇ ਕਿ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਬੰਦੇ ਪੱਟ ਕੇ ਉਹਨਾਂ ਨੇ ਖੜੇ ਕੀਤੇ ਔਰ 117 ਬੰਦੇ ਉਹਨਾਂ ਨੇ ਬਾਕੀ ਪਾਰਟੀਆਂ ਦੇ ਨਾਲ ਵੀ ਸਾਂਝ ਪਾਈ ਔਰ ਕੈਪਟਨ ਸਾਹਿਬ ਦੀ ਪਾਰਟੀ ਦੇ ਨਾਲ ਸਾਂਝ ਪਾਈ, ਇਸੇ ਤਰ੍ਹਾਂ ਢੀਂਡਸਾ ਸਾਹਿਬ ਦੀ ਪਾਰਟੀ ਦੇ ਨਾਲ ਸਾਂਝ ਪਾ ਕੇ
ਇੱਕ ਇਸ ਤਰ੍ਹਾਂ ਦੀ ਹਵਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਸਾਡੀ ਪਾਰਟੀ ਜਿਹੜੀ ਹੈਗੀ ਆ ਉਹ ਸੱਤਾ ਦੇ ਵਿੱਚ ਆ ਸਕਦੀ ਹੈ। ਸੋ ਕਹਿਣ ਦਾ ਮਤਲਬ ਇਹੀ ਹੈ ਬਿਲਕੁਲ ਕਿ ਹਰ ਪਾਰਟੀ ਇਹ ਕੋਸ਼ਿਸ਼ ਕਰਦੀ ਹੈ ਕਿ ਅਸੀਂ ਸੱਤਾ ਦੇ ਵਿੱਚ ਆਈਏ, ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹ ਸੱਤਾ ਤੋਂ ਪਰੇ ਹੋਣ। ਸੋ ਇਹੀ ਆਪਾਂ ਦੇਖ ਰਹੇ ਹਾਂ ਕਿ ਬੀਜੇਪੀ ਕਰ ਰਹੀ ਹੈ, ਇਹੀ ਕਾਂਗਰਸ ਕਰਦੀ ਨਜ਼ਰ ਆ ਰਹੀ ਹੈ, ਆਪਣੇ ਆਪ ਨੂੰ ਬਚਾਉਂਦੀ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਆਪਣੇ ਸਰਵੇਖਣਾਂ ਦੇ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡੀ ਸੱਤਾ ਜਿਹੜੀ ਹੈਗੀ ਹੈ ਪੂਰਨ ਤੌਰ ਤੇ ਪੂਰਨ ਬਹੁਮਤ ਦੇ ਨਾਲ ਸਾਡੀ ਸੱਤਾ ਆ ਰਹੀ ਹੈ। ਸੋ ਕੁੱਲ ਮਿਲਾ ਕੇ ਆਪਾਂ ਦੇਖ ਸਕਦੇ ਹਾਂ ਪੰਜਾਬ ਦਾ ਜੋ ਇਸ ਵੇਲੇ ਸਿਆਸੀ ਦ੍ਰਿਸ਼ ਹੈ, ਸਿਆਸੀ ਸਿਨੈਰੀਓ ਹੈ, ਉਹਦੇ ਵਿੱਚ ਤੁਸੀਂ ਵੱਖ-ਵੱਖ ਪਾਰਟੀਆਂ ਆਪਣੀ ਹੋਂਦ ਨੂੰ, ਆਪਣੀ ਰਾਜ ਸੱਤਾ ਨੂੰ ਕਾਇਮ ਕਰਨ ਦੇ ਲਈ ਕਾਰਜਸ਼ੀਲ ਨਜ਼ਰ ਆ ਰਹੀਆਂ ਨੇ। ਸੁਖਵਿੰਦਰ ਜੀ ਬਿਲਕੁਲ ਡਾਕਟਰ ਸਾਹਿਬ, ਇੱਕ ਗੱਲ ਇਹ ਵੀ ਹੈ ਨਾ, ਜੇ ਆਮ ਆਦਮੀ ਪਾਰਟੀ ਬਹੁਮਤ ਤੱਕ ਨਹੀਂ ਪਹੁੰਚਦੀ ਤਾਂ ਫਿਰ ਆਮ ਆਦਮੀ ਪਾਰਟੀ ਕੋਲ ਸਰਕਾਰ ਬਣਾਉਣ ਦਾ ਤਰੀਕਾ ਕੀ ਰਹਿ ਜਾਂਦਾ? ਕੀ ਤਰੀਕਾ ਇਹੀ ਹੈ ਕਿ ਕਾਂਗਰਸ ਆਪ ਦਾ ਸਾਥ ਦੇਵੇ ਤੇ ਆਪ ਕਾਂਗਰਸ ਦਾ ਸਾਥ ਦੇਵੇ? ਇਸ ਤਰੀਕੇ ਦੇ ਨਾਲ ਵੀ ਜਿਹੜੀ ਬੱਚਤ ਹੋ ਸਕਦੀ ਹੈ ਜੇ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦੀ, ਕਿਉਂਕਿ ਜੇ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਕਰ ਸਕਦੇ ਆ ਤਾਂ ਫਿਰ ਕਾਂਗਰਸ ਅਤੇ ਆਪ ਵੀ ਗੱਠਜੋੜ ਕਰ ਸਕਦੇ। ਜੀ, ਜਦੋਂ ਅਸੀਂ ਆਮ ਆਦਮੀ ਪਾਰਟੀ ਦਾ ਪਿਛਲਾ ਇਤਿਹਾਸ ਦੇਖਦੇ ਹਾਂ, ਖਾਸ ਤੌਰ ਤੇ ਜਦੋਂ ਪਹਿਲੀ ਵਾਰੀ ਉਹਨਾਂ ਨੇ 28 ਸੀਟਾਂ ਜਿੱਤੀਆਂ ਸੀ ਦਿੱਲੀ ਦੇ ਵਿੱਚ, ਤਾਂ ਕਾਂਗਰਸ ਦੇ ਨਾਲ ਹੀ ਉਹਨਾਂ ਦਾ ਸਾਥ ਬਣਿਆ ਸੀਗਾ। ਕਾਂਗਰਸ ਤੋਂ ਹੀ ਉਹਨਾਂ ਨੇ ਸੀਟਾਂ ਜਿਹੜੀਆਂ ਸੀਗੀਆਂ ਆਪਣੇ ਆਪ ਨੂੰ ਲੈ ਕੇ ਜਿਹੜੀ ਹੈਗੀ ਸੱਤਾ ਕਾਇਮ ਕੀਤੀ ਸੀਗੀ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਹੰਗਮ ਅਸੈਂਬਲੀ ਬਣਦੀ ਹੈ ਔਰ ਉਹਦੇ ਵਿੱਚ ਜੇ ਸਭ ਤੋਂ ਵੱਡੀ ਪਾਰਟੀ ਜਿਹੜੀ ਉੱਭਰ ਕੇ ਸਾਹਮਣੇ ਆਏਗੀ ਆਮ ਆਦਮੀ ਪਾਰਟੀ, ਤਾਂ ਉਹਦੇ ਨਾਲ ਜੇਕਰ ਕਾਂਗਰਸ ਦੇ ਨਾਲ ਜ਼ਿਆਦਾ ਜਾਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਬਾਕੀ ਪਾਰਟੀਆਂ ਵੱਲ ਸ਼ਾਇਦ ਆਮ ਆਦਮੀ ਪਾਰਟੀ ਨਹੀਂ ਜਾਏ, ਕਿਉਂਕਿ ਕਾਂਗਰਸ ਜਿਹੜੀ ਹੈਗੀ ਹੈ ਉਹਨੂੰ ਵੀ ਲੱਗੇਗਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਬਿਨਾਂ ਸ਼ਰਤ ਅਸੀਂ ਜਿਹੜੀ ਹੈਗੀ ਮਦਦ ਦੇਵਾਂਗੇ, ਉਹਨਾਂ ਦੇ ਨਾਲ ਰਲ ਕੇ ਜਿਹੜੀ ਹੈਗੀ ਹੈ ਹੋ ਸਕਦਾ ਹੈ ਕਿ ਸੱਤਾ ਕਾਇਮ ਕੀਤੀ ਜਾ ਸਕੇ। ਸੋ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਵੀ ਨਜ਼ਰ ਆ ਰਹੀਆਂ ਨੇ, ਪਰ ਇਹ ਹੁਣ 10 ਤਰੀਕ ਦੇ ਬਾਅਦ ਹੀ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਨੇ। ਇਹ ਤਾਂ ਹੁਣ ਡਾਕਟਰ ਸਾਹਿਬ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਇਹ ਗੱਠਜੋੜ ਦੀਆਂ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ, ਸੰਭਾਵਨਾਵਾਂ ਜਿਹੜੀਆਂ ਦੱਸ ਰਹੇ ਹਾਂ, ਇਹ ਉਦੋਂ ਹੀ ਸੰਭਵ ਹੈ ਜੇਕਰ ਕਿਸੇ ਪਾਰਟੀ ਨੂੰ ਜਿਹੜਾ ਹੈਗਾ ਬਹੁਮਤ ਨਹੀਂ ਮਿਲਦਾ। ਤੇ ਜੇਕਰ ਕਿਸੇ ਪਾਰਟੀ ਨੂੰ ਵਾਕਈ ਬਹੁਮਤ ਮਿਲ ਜਾਂਦਾ ਫਿਰ ਤੇ ਇਸ ਚੀਜ਼ ਨੂੰ ਲੈ ਕੇ ਕਿਸੇ ਤਰੀਕੇ ਦੀ ਕੋਈ ਦੁਰਾਏ ਨਹੀਂ, ਕਿਉਂਕਿ ਫਿਰ ਤੇ ਇੱਕ ਸਪਸ਼ਟ ਬਹੁਮਤ ਦੇ ਉੱਪਰ ਤਾਂ ਸਰਕਾਰ ਬਣ ਹੀ ਜਾਏਗੀ। ਤੇ ਜੇ ਨਹੀਂ ਬਣਦੀ ਤਾਂ ਫਿਰ ਇਹ ਗੱਠਜੋੜ ਦੀਆਂ ਸੰਭਾਵਨਾਵਾਂ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਰੱਖੀ ਹੋਈ ਹੈ, ਬੇਸ਼ੱਕ ਅੰਦਰ ਖਾਤੇ ਹਲੇ ਹੋਣ, ਸਿਆਸੀ ਹਲਚਲਾਂ ਤੇਜ਼ ਨੇ ਤੇ ਬੇਸ਼ੱਕ ਬਾਹਰ ਹਲੇ ਨਾ ਨਿਕਲੇ ਹੋਵੇ, ਕਿਉਂਕਿ ਬੇਸ਼ੱਕ ਜੇ ਮੈਂ ਕਹਾਂ ਕਿ ਅਕਾਲੀ ਦਲ ਅਤੇ ਬੀਜੇਪੀ ਨੇ ਸ਼ਰੇਆਮ ਇਹ ਗੱਲ ਕਹਿਤੀ ਹੈ ਤਾਂ ਉੱਥੇ ਚਰਚਾ ਇਹ ਵੀ ਹੈ ਕਿ ਅਕਾਲੀ ਦਲ ਦੇ ਜੇ ਬੀਜੇਪੀ ਦਾ ਗੱਠਜੋੜ ਹੋ ਸਕਦਾ ਹੈ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਵੀ ਗੱਠਜੋੜ ਜਿਹੜਾ ਉਹ ਹੋ ਸਕਦਾ ਹੈ। ਅਜਿਹੀਆਂ ਚਰਚਾਵਾਂ ਨੇ ਪੂਰੇ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਅੰਦਰ, ਸਿਆਸੀ ਗਲਿਆਰਿਆਂ ਦੇ ਅੰਦਰ। ਹਾਲਾਂਕਿ ਇਹ ਗੱਠਜੋੜ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹ ਤਾਂ ਹਾਲੇ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਇਸ ਗੱਠਜੋੜ ਦੀ ਲੋੜ ਪੈਂਦੀ ਹੈ ਦੋਵਾਂ ਪਾਰਟੀਆਂ ਨੂੰ ਜਾਂ ਨਹੀਂ ਪੈਂਦੀ। ਕਿਉਂਕਿ ਜੇਕਰ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਮਿਲ ਗਈ ਫਿਰ ਤੇ ਗੱਠਜੋੜ ਦੀ ਲੋੜ ਹੀ ਨਹੀਂ। ਤੇ ਜੇ ਸਪਸ਼ਟ ਬਹੁਮਤ ਨਾ ਮਿਲੀ, ਜਿਸ ਤਰੀਕੇ ਦੀ ਉਮੀਦ ਲੋਕਾਂ ਦੇ ਵੱਲੋਂ ਹੈ, ਜਿਸ ਤਰੀਕੇ ਦੀ ਚਰਚਾ ਲੋਕਾਂ ਦੇ ਵਿੱਚ ਹੈ ਕਿ ਸਪਸ਼ਟ ਬਹੁਮਤ ਮਿਲਦੀ ਨਜ਼ਰ ਕਿਸੇ ਪਾਰਟੀ ਨੂੰ ਨਹੀਂ ਆ ਰਹੀ ਤੇ ਲੰਗੜੀ ਜਾਂ ਖਿਚੜੀ ਬਣਦੀ ਨਜ਼ਰ ਆ ਰਹੀ ਹੈ, ਤਾਂ ਅਜਿਹੇ ਦੇ ਵਿੱਚ ਫਿਰ ਹੋ ਸਕਦਾ ਹੈ ਕਿ ਕੁਝ ਵੀ, ਕਿਉਂਕਿ ਆਪਾਂ ਆਮ ਹੀ ਕਹਿੰਦੇ ਹਾਂ ਸਿਆਸਤ ਦੇ ਵਿੱਚ ਕਿਸੇ ਵੀ ਗੱਲ ਤੋਂ ਜਿਹੜਾ ਮੁਨਕਰ ਨਹੀਂ ਹੋਇਆ ਜਾ ਸਕਦਾ। ਸਿਆਸਤ ਦੇ ਵਿੱਚ ਸੰਭਾਵਨਾਵਾਂ ਤੋਂ ਕਦੇ ਵੀ ਮੁਨਕਰ ਜਿਹੜਾ ਉਹ ਨਹੀਂ ਹੋਇਆ ਜਾ ਸਕਦਾ। ਤਾਂ ਫਿਰ ਸੰਭਾਵਨਾਵਾਂ ਇਹੀ ਨੇ ਜਿਹੜੀਆਂ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਆਏ ਸਨ ਡਾਕਟਰ ਭੀਮਿੰਦਰ ਸਿੰਘ ਜੀ, ਸਭ ਤੋਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਕੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਕਿ ਸਰ ਹੋਣਾ ਦੇ ਜਿਹੜੇ ਕੀਮਤੀ ਵਿਚਾਰ ਹੈ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।